ਸੰਗਤ ਜੀ, ਮੈਂ ਨਵਨੀਤ ਵਰਮਾ ਤੁਹਾਡੇ ਆਪਣੇ ਚੈਨਲ ਗੁਰੂ ਬੰਦਗੀ ਦੇ ਵਿੱਚ ਤੁਹਾਡਾ ਸਵਾਗਤ ਕਰਦਾ ਹਾਂ। ਸੰਗਤ ਜੀ, ਅਗਰ ਤੁਸੀਂ ਬਾਬਾ ਜੀ ਦੀਆਂ ਸਾਖੀਆਂ ਸੁਣਨਾ ਪਸੰਦ ਕਰਦੇ ਹੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡੇ ਪਰਿਵਾਰ ਦਾ ਹਿੱਸਾ ਬਣੋ। ਸਾਨੂੰ ਆਪਣਾ ਪਿਆਰ ਦਿਓ ਜੀ। ਸੰਗਤ ਜੀ, ਅੱਜ ਦੀ ਸਾਖੀ ਬੜੀ ਹੀ ਸਮਝਣਯੋਗ ਹੈ। ਅੱਜ ਦੀ ਸਾਖੀ ਦੇ ਵਿੱਚ ਸਾਨੂੰ ਪਤਾ ਲੱਗੇਗਾ ਕਿ ਅਗਰ ਜੇ ਸਾਡਾ ਮਨ ਪਰਾਈ ਇਸਤਰੀਆਂ ਦੇ ਵੱਲ ਜਾਂਦਾ ਹੈ ਤੇ ਅਸੀਂ ਫਿਰ ਉਸ ਨੂੰ ਕਿਸ ਤਰ੍ਹਾਂ ਰੋਕ ਸਕਦੇ ਹਾਂ, ਉਸ ਦੇ ਬਾਰੇ ਇਸ ਸਾਖੀ ਦੇ ਵਿੱਚ ਸਾਨੂੰ ਸਮਝਾਇਆ ਗਿਆ ਹੈ। ਸਾਖੀ ਬਹੁਤ ਹੀ ਸੁੰਦਰ ਹੈ, ਇਸ ਲਈ ਪੂਰੀ ਸੁਣਨ ਦੀ ਕਿਰਪਾਲਤਾ ਕਰਨਾ ਜੀ। ਆਓ ਸਾਖੀ ਸ਼ੁਰੂ ਕਰਦੇ ਹਾਂ। ਸੰਗਤ ਜੀ, ਇੱਕ ਵਾਰ ਇੱਕ ਰਾਜਾ ਸੀ। ਉਸ ਦੀਆਂ ਕਈ ਰਾਣੀਆਂ ਸੀ। ਜਿਵੇਂ ਕਿ ਅਸੀਂ ਜਾਣਦੇ ਹੀ ਹਾਂ ਕਿ ਪਹਿਲੇ ਸਮੇਂ ਦੇ ਵਿੱਚ ਇੱਕ ਰਾਜੇ ਦੇ ਨਾਲ ਕਈ ਰਾਣੀਆਂ ਹੁੰਦੀਆਂ ਸੀ। ਰਾਜੇ ਦਾ ਜਿਸ ਔਰਤ ਦੇ ਉੱਤੇ ਮਨ ਆਂਦਾ ਸੀ ਉਹ ਉਸ ਦੇ ਨਾਲ ਵਿਆਹ ਕਰਾ ਲੈਂਦਾ ਸੀ। ਕਈ ਵਾਰ ਪੈਸੇ ਦੇ ਦਮ ਤੇ ਕਈ ਵਾਰ ਤਾਕਤ ਦੇ ਦਮ ਦੇ ਉੱਤੇ। ਉਹਨਾਂ ਰਾਣੀਆਂ ਦੇ ਵਿੱਚੋਂ ਇੱਕ ਰਾਣੀ ਬਹੁਤ ਹੀ ਖੂਬਸੂਰਤ ਸੀ। ਉਹ ਇੰਨੀ ਸੋਹਣੀ ਸੀ ਕਿ ਆਸੇ-ਪਾਸੇ ਦੇ ਕਿਸੇ ਰਾਜੇ ਦੇ ਵਿੱਚ ਵੀ ਉਹਦੇ ਜਿੰਨੀ ਖੂਬਸੂਰਤ ਔਰਤ ਕੋਈ ਨਹੀਂ ਸੀ। ਇਸ ਲਈ ਰਾਜਾ ਵੀ ਉਸ ਦਾ ਬਹੁਤ ਧਿਆਨ ਰੱਖਦਾ ਸੀ। ਉਸ ਦਾ ਜ਼ਰਾ ਵੀ ਵਸਾ ਨਹੀਂ ਖਾਂਦਾ ਸੀ। ਉਸ ਦੀ ਸੁਰੱਖਿਆ ਦੇ ਵਾਸਤੇ ਉਸ ਨੇ ਕਈ ਸੈਨਿਕ ਲਾਏ ਸੀ। ਉਸ ਦਾ ਆਦੇਸ਼ ਸੀ ਕਿ ਕੋਈ ਵੀ ਰਾਣੀ ਦੇ ਆਸੇ-ਪਾਸੇ ਨਾ ਫਟਕੇ। ਉਸ ਨੇ ਰਾਣੀ ਨੂੰ ਇੱਕ ਅਲੱਗ ਮਹਿਲ ਦੇ ਵਿੱਚ ਰੱਖਿਆ ਸੀ। ਉਸ ਮਹਿਲ ਦੇ ਵਿੱਚ ਉਹ ਰਾਣੀ ਬੜੇ ਹੀ ਠਾਠ-ਬਾਠ ਨਾਲ ਰਹਿੰਦੀ ਸੀ। ਰਾਣੀ ਦੇ ਕਮਰੇ ਦੇ ਬਾਹਰ ਇੱਕ ਬਹੁਤ ਸੁੰਦਰ ਬਰਾਮਦਾ ਸੀ, ਜਿਸ ਦੇ ਵਿੱਚ ਕਈ ਤਰ੍ਹਾਂ ਦੇ ਸੋਹਣੇ-ਸੋਹਣੇ ਫੁੱਲ ਲੱਗੇ ਹੋਏ ਸੀ। ਉਸ ਬਰਾਮਦੇ ਦੀ ਸਫਾਈ ਇੱਕ ਬਜ਼ੁਰਗ ਮਾਤਾ ਕਰਦੀ ਸੀ। ਉਸ ਮਾਤਾ ਨੇ ਉਸ ਬਰਾਮਦੇ ਦੀ ਪੂਰੀ ਦੇਖਭਾਲ ਕਰਨੀ। ਦਿਨ ਦੇ ਵਿੱਚ 2-2 ਵਾਰ ਉਸ ਬਰਾਮਦੇ ਨੂੰ ਸਾਫ਼ ਕਰਨਾ ਤੇ ਫੁੱਲਾਂ ਦੀ ਵੀ ਦੇਖਭਾਲ ਕਰਨੀ। ਇੱਕ ਦਿਨ ਉਹ ਮਾਈ ਬਿਮਾਰ ਹੋ ਗਈ। ਉਸ ਨੇ ਸੋਚਿਆ ਕਿ ਅੱਜ ਅਗਰ ਮੈਂ ਸਫਾਈ ਦੇ ਉੱਤੇ ਨਾ ਗਈ ਤੇ ਕਿਤੇ ਰਾਜਾ ਰਾਣੀ ਨੂੰ ਮਿਲਣ ਆ ਗਿਆ ਤੇ ਬਰਾਮਦਾ ਗੰਦਾ ਦੇਖ ਕੇ ਮੈਨੂੰ ਨੌਕਰੀ ਤੋਂ ਕੱਢ ਨਾ ਦੇਵੇ। ਉਸ ਮਾਈ ਨੇ ਕੀ ਕੀਤਾ, ਆਪਣੇ ਮੁੰਡੇ ਨੂੰ ਕਿਹਾ ਕਿ ਬੇਟਾ ਇਸ ਤਰ੍ਹਾਂ ਕਰ, ਮੇਰੇ ਕੋਲੋਂ ਅੱਜ ਸਫਾਈ ਕਰਨ ਵਾਸਤੇ ਜਾਇਆ ਨਹੀਂ ਜਾਣਾ। ਇੱਦਾਂ ਕਰ, ਤੂੰ ਚਲਾ ਜਾ। ਬੇਟੇ ਨੇ ਕਿਹਾ ਕਿ ਠੀਕ ਹੈ ਮਾਂ, ਤੂੰ ਆਰਾਮ ਕਰ, ਸਫਾਈ ਮੈਂ ਕਰ ਆਨਾ ਹਾਂ। ਬੇਟਾ ਸਫਾਈ ਕਰਨ ਵਾਸਤੇ ਚਲਾ ਗਿਆ। ਜਦੋਂ ਬਰਾਮਦੇ ਦੀ ਸਫਾਈ ਕਰਦਾ ਪਿਆ ਸੀ, ਉਸ ਵੇਲੇ ਰਾਣੀ ਆਪਣੇ ਕਮਰੇ ਤੋਂ ਬਾਹਰ ਆਈ ਤੇ 2 ਮਿੰਟ ਰੁਕ ਕੇ ਵਾਪਸ ਕਮਰੇ ਦੇ ਵਿੱਚ ਚਲੇ ਗਈ। ਜਦ ਉਸ ਮਾਈ ਦੇ ਬੇਟੇ ਨੇ ਉਸ ਰਾਣੀ ਨੂੰ ਦੇਖਿਆ, ਉਹਦੇ ਉੱਤੇ ਮੋਹਿਤ ਹੋ ਗਿਆ, ਉਹਦੇ ਉੱਤੇ ਆਸ਼ਿਕ ਹੋ ਗਿਆ। ਬੇਟਾ ਜਵਾਨ ਸੀ, ਇਸ ਲਈ ਕਾਮ ਭਾਵਨਾ ਮਨ ਦੇ ਵਿੱਚ ਆ ਗਈ। ਜਦ ਘਰ ਆਇਆ ਤੇ ਆਪਣੀ ਮਾਂ ਨੂੰ ਕਹਿੰਦਾ ਹੈ ਕਿ ਮਾਂ, ਤੂੰ ਹੁਣ ਬੁੱਢੀ ਹੋ ਗਈ ਹੈ, ਹੁਣ ਤੇਰੇ ਕੋਲ ਕੰਮ ਵੀ ਨਹੀਂ ਹੁੰਦਾ। ਅੱਜ ਤੋਂ ਬਾਅਦ ਮਹਿਲਾਂ ਦੀ ਸਫਾਈ ਮੈਂ ਕਰਾਵਾਂਗਾ। ਉਸ ਨੇ ਕਿਹਾ ਕਿ ਠੀਕ ਹੈ, ਮੇਰੇ ਕੋਲੋਂ ਹੁਣ ਹੁੰਦੀ ਵੀ ਨਹੀਂ ਹੈ। ਉਸ ਦੇ ਬੇਟੇ ਨੇ ਰੋਜ਼ ਇਸੇ ਤਰ੍ਹਾਂ ਕਰਨਾ, ਰਾਣੀ ਨੂੰ ਦੇਖਣ ਵਾਸਤੇ ਆਪ ਸਫਾਈ ਕਰਨ ਚਲੇ ਜਾਣਾ। ਕਿਸੇ ਵੇਲੇ ਉਸ ਨੂੰ ਰਾਣੀ ਦੇ ਦਰਸ਼ਨ ਹੋ ਜਾਂਦੇ ਸੀ ਤੇ ਕਈ ਵੇਲੇ ਨਹੀਂ। ਇੱਕ ਦਿਨ ਤੜਪ ਕੇ ਆਪਣੀ ਮਾਂ ਨੂੰ ਕਹਿੰਦਾ ਹੈ ਕਿ ਮਾਂ, ਮੈਂ ਤੇਰੇ ਨਾਲ ਇੱਕ ਗੱਲ ਕਰਨੀ ਹੈ। ਮਾਂ ਨੇ ਕਿਹਾ ਕਿ ਦੱਸ ਬੇਟਾ, ਕੀ ਗੱਲ ਕਰਨੀ ਹੈ? ਉਸ ਨੇ ਕਿਹਾ ਕਿ ਮਾਂ, ਜਿਸ ਰਾਣੀ ਦੇ ਮਹਿਲ ਦੀ ਮੈਂ ਸਫਾਈ ਕਰਨ ਜਾਂਦਾ ਹਾਂ, ਮੈਂ ਉਸ ਦੇ ਨਾਲ ਵਿਆਹ ਕਰਾਉਣਾ ਹੈ। ਉਸ ਦੀ ਮਾਂ ਦੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ। ਉਸ ਦੀ ਮਾਂ ਨੇ ਕਿਹਾ ਕਿ ਹੌਲੀ ਬੋਲ, ਕਿਤੇ ਕੋਈ ਸੁਣ ਨਾ ਲਵੇ। ਉਸ ਨੇ ਕਿਹਾ ਕਿ ਇਹ ਗੱਲ ਅੱਜ ਤੂੰ ਮੈਨੂੰ ਕਹਿ ਦਿੱਤੀ ਹੈ, ਪਰ ਕਿਸੇ ਹੋਰ ਨੂੰ ਨਾ ਕਹਿ ਦੇਵੀਂ, ਨਹੀਂ ਤਾਂ ਅਸੀਂ ਕਿਸੇ ਜੋਗੇ ਨਹੀਂ ਰਹਿਣਾ। ਤੂੰ ਮੇਰੀ ਕੱਲੀ ਔਲਾਦ ਹੈ। ਅਗਰ ਰਾਜੇ ਨੂੰ ਪਤਾ ਲੱਗ ਗਿਆ ਤੇ ਉਹਨੇ ਤੇਰਾ ਸਿਰ ਲਾ ਦੇਣਾ ਹੈ, ਤੈਨੂੰ ਮੌਤ ਦੇ ਘਾਟ ਉਤਾਰ ਦੇਣਾ ਹੈ। ਉਸ ਨੇ ਕਿਹਾ ਕਿ ਇਸ ਗੱਲ ਨੂੰ ਇੱਥੇ ਹੀ ਦਫਨ ਕਰ ਦੇ। ਅੱਜ ਤੋਂ ਬਾਅਦ ਆਪਣੀ ਜ਼ੁਬਾਨ ਦੇ ਉੱਤੇ ਇਹ ਗੱਲ ਕਦੀ ਨਾ ਲੈ ਕੇ ਆਵੀਂ ਤੇ ਕੱਲ ਤੋਂ ਸਫਾਈ ਕਰਨ ਵਾਸਤੇ ਤੂੰ ਨਹੀਂ ਜਾਵੇਂਗਾ, ਮੈਂ ਜਾਵਾਂਗੀ। ਸੰਗਤ ਜੀ, ਉਸ ਲੜਕੇ ਨੇ ਖਾਣਾ ਪੀਣਾ ਬੰਦ ਕਰ ਦਿੱਤਾ। ਮਾਂ ਨੇ ਸੋਚਿਆ ਕਿ ਮੈਨੂੰ ਡਰਾਉਣ ਵਾਸਤੇ ਇਹ ਡਰਾਮੇ ਕਰਦਾ ਪਿਆ ਹੈ। ਆਪੀ ਜਦੋਂ ਭੁੱਖ ਲੱਗੇਗੀ ਆਪੀ ਰੋਟੀ ਖਾ ਲਵੇਗਾ। ਸੰਗਤ ਜੀ, ਪੂਰਾ ਹਫ਼ਤਾ ਬੀਤ ਗਿਆ ਪਰ ਉਸ ਬੇਟੇ ਨੇ ਕੁਝ ਨਹੀਂ ਖਾਧਾ। ਫਿਰ ਮਾਂ ਨੂੰ ਵੀ ਹੌਲ ਪੈਣ ਲੱਗ ਗਏ ਕਿ ਕਾਫੀ ਦਿਨਾਂ ਤੋਂ ਮੇਰਾ ਬੇਟਾ ਭੁੱਖਾ ਹੈ। ਮਾਂ ਰੋਟੀ ਬਣਾ ਕੇ ਫਿਰ ਉਹਦੇ ਕੋਲ ਲੈ ਕੇ ਗਈ। ਰੋਟੀ ਤਾਂ ਮਾਂ ਰੋਜ਼ ਹੀ ਲੈ ਕੇ ਜਾਂਦੀ ਸੀ, ਪਰ ਉਹ ਖਾਂਦਾ ਨਹੀਂ ਸੀ। ਉਸ ਦਿਨ ਮਾਂ ਨੇ ਫਿਰ ਰੋਟੀ ਬਣਾਈ ਤੇ ਰੋਟੀ ਲੈ ਕੇ ਆਪਣੇ ਬੇਟੇ ਦੇ ਕੋਲ ਪਹੁੰਚ ਗਈ। ਆਪਣੇ ਪੁੱਤਰ ਨੂੰ ਕਿਹਾ ਕਿ ਤੂੰ ਕਈ ਦਿਨਾਂ ਤੋਂ ਭੁੱਖਾ ਹੈ, ਆ ਲੈ ਰੋਟੀ ਖਾ ਲੈ। ਹੁਣ ਸੰਗਤ ਜੀ, ਮਾਂ ਪਿਓ ਤਾਂ ਮਾਂ ਪਿਓ ਹੀ ਹੁੰਦੇ ਨੇ। ਉਹ ਜਿੰਨਾ ਮਰਜ਼ੀ ਸਾਡੇ ਨਾਲ ਲੜ ਪੈਣ, ਸਾਡੇ ਨਾਲ ਗੁੱਸੇ ਨਾਲ ਬੋਲਣ,
ਪਰ ਆਪਣੀ ਔਲਾਦ ਨੂੰ ਭੁੱਖਾ ਸੌਂਦੇ ਨਹੀਂ ਦੇਖ ਸਕਦੇ। ਖੈਰ, ਉਸ ਦੀ ਮਾਂ ਨੇ ਕਿਹਾ ਕਿ ਬੇਟਾ, ਉਹ ਰਾਜਾ ਤਾਂ ਉਸ ਰਾਣੀ ਦੇ ਵੱਲ ਕਿਸੇ ਨੂੰ ਦੇਖਣ ਵੀ ਨਹੀਂ ਦਿੰਦਾ ਤੇ ਤੂੰ ਕਹਿ ਰਿਹਾ ਹੈ ਕਿ ਤੂੰ ਉਸ ਦੇ ਨਾਲ ਵਿਆਹ ਕਰਾਉਣਾ ਹੈ। ਇਹ ਮੁਮਕਿਨ ਨਹੀਂ ਹੈ, ਰੋਟੀ ਖਾ ਲੈ, ਕਿਉਂ ਆਪਣੀ ਮਾਂ ਨੂੰ ਸਤਾਨਾ ਪਿਆ ਹੈ। ਲੜਕੇ ਨੇ ਕਿਹਾ ਕਿ ਮਾਂ, ਮੈਂ ਰੋਟੀ ਇੱਕੋ ਸ਼ਰਤ ਤੇ ਖਾਵਾਂਗਾ। ਮੇਰੀ ਸ਼ਰਤ ਇਹ ਹੈ ਕਿ ਮੈਂ ਅਗਰ ਉਸ ਦੇ ਨਾਲ ਵਿਆਹ ਨਹੀਂ ਕਰਾ ਸਕਦਾ ਤੇ ਕੋਈ ਗੱਲ ਨਹੀਂ, ਪਰ ਮੈਂ ਉਸ ਨੂੰ ਇੱਕ ਵਾਰ ਮਿਲਣਾ ਚਾਹੁੰਦਾ ਹਾਂ, ਉਸ ਨਾਲ ਗੱਲ ਕਰਨਾ ਚਾਹੁੰਦਾ ਹਾਂ। ਮਾਂ ਨੇ ਕਿਹਾ ਕਿ ਤੂੰ ਰੋਟੀ ਖਾ ਲੈ, ਮੈਂ ਕੋਸ਼ਿਸ਼ ਕਰਾਂਗੀ, ਰਾਣੀ ਦੇ ਨਾਲ ਗੱਲ ਕਰਕੇ ਦੇਖਾਂਗੀ। ਅਗਲੇ ਦਿਨ ਉਹ ਮਾਈ ਜਦੋਂ ਸਾਫ਼ ਸਫਾਈ ਕਰਨ ਗਈ ਤੇ ਰਾਣੀ ਨੂੰ ਕਹਿੰਦੀ ਹੈ ਕਿ ਰਾਣੀ ਸਾਹਿਬਾ, ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਹੈ, ਪਰ ਤੁਸੀਂ ਵਾਅਦਾ ਕਰੋ ਤੁਸੀਂ ਗੁੱਸਾ ਨਹੀਂ ਕਰੋਗੇ। ਰਾਣੀ ਨੇ ਕਿਹਾ ਕਿ ਦੱਸ ਮਾਈ, ਕੀ ਗੱਲ ਹੈ? ਮੈਂ ਗੁੱਸਾ ਕਦ ਲਈ ਕਰਨਾ ਹੈ? ਕੀ ਗੱਲ ਹੈ? ਤਨਖਾਹ ਵਧਾਣੀ ਹੈ ਜਾਂ ਤੈਨੂੰ ਪੈਸੇ ਦੀ ਲੋੜ ਹੈ? ਉਸ ਮਾਈ ਨੇ ਕਿਹਾ ਕਿ ਸਾਨੂੰ ਜੋ ਕੁਝ ਵੀ ਮਿਲਦਾ ਹੈ ਸਾਡਾ ਗੁਜ਼ਾਰਾ ਬਹੁਤ ਵਧੀਆ ਹੋ ਜਾਂਦਾ ਹੈ। ਰਾਣੀ ਨੇ ਕਿਹਾ ਫਿਰ ਗੱਲ ਕੀ ਹੈ? ਮਾਂ ਨੇ ਰੋ ਕੇ ਕਿਹਾ ਕਿ ਅਸੀਂ ਗਰੀਬ ਲੋਕ ਅਗਰ ਜੇ ਕੋਈ ਗੱਲ ਛੁਪਾਉਂਦੇ ਹਾਂ ਤਾਂ ਮਰਦੇ ਹਾਂ, ਅਗਰ ਦੱਸਦੇ ਹਾਂ ਤਾਂ ਮਰਦੇ ਹਾਂ। ਉਸ ਰਾਣੀ ਨੇ ਕਿਹਾ ਕਿ ਮਾਈ ਤੂੰ ਗੱਲ ਤਾਂ ਦੱਸ, ਗੱਲ ਕੀ ਹੈ? ਤੇ ਮਾਈ ਨੇ ਕਿਹਾ ਕਿ ਮੈਂ ਇੱਕ ਦਿਨ ਬਿਮਾਰ ਹੋ ਗਈ ਸੀ ਤੇ ਸਾਫ਼ ਸਫਾਈ ਲਈ ਮੈਂ ਆਪਣੇ ਜਵਾਨ ਪੁੱਤਰ ਨੂੰ ਭੇਜ ਦਿੱਤਾ ਸੀ। ਉਸ ਨੇ ਜਦ ਤੁਹਾਨੂੰ ਦੇਖਿਆ ਤੇ ਤੁਹਾਡੇ ਉੱਤੇ ਮੋਹਿਤ ਹੋ ਗਿਆ, ਤੁਹਾਨੂੰ ਪਿਆਰ ਕਰਨ ਲੱਗ ਗਿਆ। ਹੁਣ ਉਹ ਜਿੱਦ ਕਰੀ ਬੈਠਾ ਹੈ ਕਿ ਮੈਂ ਰਾਣੀ ਨੂੰ ਇੱਕ ਵਾਰ ਮਿਲਣਾ ਹੈ। ਮਾਈ ਨੇ ਰੋਂਦੇ ਹੋਏ ਕਿਹਾ ਕਿ ਮੇਰਾ ਇੱਕੋ ਇੱਕ ਪੁੱਤਰ ਹੈ, ਅਗਰ ਇਹ ਗੱਲ ਰਾਜੇ ਤੱਕ ਪਹੁੰਚ ਗਈ ਤੇ ਉਸ ਨੇ ਮੇਰੇ ਪੁੱਤਰ ਦਾ ਸਿਰ ਲਾ ਦੇਣਾ ਹੈ, ਉਸ ਨੇ ਉਸ ਨੂੰ ਮਾਰ ਦੇਣਾ ਹੈ। ਰਾਣੀ ਬਹੁਤ ਸਮਝਦਾਰ ਸੀ, ਉਸ ਨੇ ਕਿਹਾ ਕਿ ਮਾਈ ਤੂੰ ਫਿਕਰ ਨਾ ਕਰ, ਇਹ ਗੱਲ ਤੇਰੇ ਤੇ ਮੇਰੇ ਦੇ ਵਿੱਚ ਹੀ ਰਹੇਗੀ, ਬਾਹਰ ਨਹੀਂ ਜਾਏਗੀ। ਉਸ ਨੇ ਕਿਹਾ ਕਿ ਇਹ ਤਾਂ ਪੋਸੀਬਲ ਨਹੀਂ ਹੈ ਕਿ ਮੈਂ ਤੇਰੇ ਪੁੱਤਰ ਦੇ ਨਾਲ ਮੁਲਾਕਾਤ ਕਰ ਸਕਾਂ, ਉਸ ਨੂੰ ਮਿਲ ਸਕਾਂ, ਕਿਉਂਕਿ ਅਗਰ ਰਾਜੇ ਨੂੰ ਪਤਾ ਲੱਗ ਗਿਆ ਤੇ ਉਹਨੇ ਤੇਰੇ ਬੇਟੇ ਨੂੰ ਵੀ ਮਰਵਾ ਦੇਣਾ ਹੈ ਤੇ ਮੈਨੂੰ ਵੀ ਮਾਰ ਦੇਣਾ ਹੈ। ਰਾਣੀ ਨੇ ਕਿਹਾ ਕਿ ਪਰ ਇੱਕ ਤਰੀਕਾ ਹੈ, ਜੇ ਤੇਰਾ ਬੇਟਾ ਉਹ ਕਰ ਸਕੇ ਤਾਂ ਫਿਰ ਰਾਜਾ ਖੁਦ ਮੈਨੂੰ ਤੇਰੇ ਬੇਟੇ ਨੂੰ ਮਿਲਣ ਵਾਸਤੇ ਭੇਜੇਗਾ। ਰਾਣੀ ਨੇ ਕਿਹਾ ਕਿ ਆਪਣੇ ਪੁੱਤਰ ਨੂੰ ਕਹੀਂ ਕਿ ਇੱਕ ਸਾਧੂ ਦਾ ਭੇਸ ਧਾਰ ਕੇ ਚੌਂਕ ਦੇ ਵਿੱਚ ਜਾ ਕੇ ਬੈਠ ਜਾਵੇ ਤੇ ਰਾਮ ਨਾਮ ਦਾ ਜਾਪ ਕਰਦਾ ਰਵੇ, ਦਿਨ ਰਾਤ ਚੌਂਕ ਦੇ ਵਿੱਚ ਹੀ ਬੈਠਾ ਰਵੇ ਤੇ ਰਾਮ ਨਾਮ ਦਾ ਜਾਪ ਕਰਦਾ ਰਵੇ। ਰਾਣੀ ਨੇ ਉਸ ਮਾਈ ਨੂੰ ਕਿਹਾ ਕਿ ਤੁਸੀਂ ਉਸ ਨੂੰ ਦੇਸੀ ਘੀ ਦੀਆਂ ਪਿੰਨੀਆਂ ਬਣਾ ਕੇ ਇੱਕ ਮਟਕੇ ਦੇ ਵਿੱਚ ਉੱਤੇ ਤੱਕ ਭਰ ਕੇ ਦੇ ਦੇਣਾ, ਤਾਂ ਕਿ ਉਹਨੂੰ ਜਦੋਂ ਵੀ ਟਾਈਮ ਲੱਗੇ ਤੇ ਚੋਰੀ ਰਾਤ ਨੂੰ ਉਹ ਇੱਕ ਦੋ ਪਿੰਨੀਆਂ ਖਾ ਲਿਆ ਕਰੇਗਾ। ਅਸੀਂ ਸਾਰੇ ਜਾਣਦੇ ਹੀ ਹਾਂ ਕਿ ਪਿੰਨੀ ਕਿੰਨੀ ਭਾਰੀ ਹੁੰਦੀ ਹੈ, ਅਗਰ ਇੱਕ ਦੋ ਪਿੰਨੀਆਂ ਖਾ ਲਓ ਤੇ ਸਾਰਾ ਦਿਨ ਭੁੱਖ ਨਹੀਂ ਲੱਗਦੀ। ਉਹਨੇ ਕਿਹਾ ਕਿ ਜਿਹੜੇ ਚੌਕ ਦੇ ਵਿੱਚ ਤੇਰਾ ਪੁੱਤਰ ਬੈਠੇਗਾ, ਜਿੱਥੇ ਬੈਠੇਗਾ ਉਹਦੇ ਥੱਲੇ ਮਿੱਟੀ ਪੁੱਟ ਕੇ ਘੜਾ ਦੱਬ ਕੇ ਉਹਦੇ ਉੱਪਰ ਚਾਦਰ ਵਿਛਾ ਕੇ ਬੈਠ ਜਾਵੇ। ਜਦੋਂ ਰਾਤ ਨੂੰ ਕਿਤੇ ਉਹਨੂੰ ਟਾਈਮ ਲੱਗੇ ਤਾਂ ਇੱਕ ਦੋ ਪਿੰਨੀਆਂ ਖਾ ਲਵੇ, ਜਿਸ ਨਾਲ ਲੋਕਾਂ ਨੂੰ ਲੱਗੇਗਾ ਕਿ ਇਹ ਸਾਧੂ ਮਹਾਤਮਾ ਤੇ ਕੁਝ ਖਾਂਦਾ ਹੀ ਨਹੀਂ ਹੈ, ਬਸ ਰਾਮ ਨਾਮ ਦਾ ਜਾਪ ਕਰਦਾ ਰਹਿੰਦਾ ਹੈ, ਕਿੱਡਾ ਪਹੁੰਚਾ ਹੋਇਆ ਮਹਾਤਮਾ ਹੈ। ਉਸ ਰਾਣੀ ਨੇ ਕਿਹਾ ਕਿ ਜਦੋਂ ਲੋਕਾਂ ਨੂੰ ਪਤਾ ਲੱਗੇਗਾ ਕਿ ਇਹ ਸਾਧੂ ਕੁਝ ਖਾਂਦਾ ਪੀਂਦਾ ਨਹੀਂ ਹੈ ਤੇ ਉਹਦੇ ਵਾਸਤੇ ਲੋਕੀ ਕਈ ਤਰ੍ਹਾਂ ਦੇ ਪਦਾਰਥ ਲੈ ਕੇ ਆਣਗੇ। ਆਪਣੇ ਮੁੰਡੇ ਨੂੰ ਸਮਝਾ ਦੇਵੀਂ, ਪਰ ਤੂੰ ਅੱਖਾਂ ਨਾ ਖੋਲ੍ਹੀਂ, ਤੂੰ ਬਸ ਰਾਮ ਨਾਮ ਦਾ ਜਾਪ ਕਰਦਾ ਰਵੀਂ। ਫਿਰ ਇਹ ਰਾਜਾ ਮੈਨੂੰ ਖੁਦ ਤੇਰੇ ਬੇਟੇ ਕੋਲ ਭੇਜੇਗਾ। ਜਦ ਮਾਈ ਨੇ ਆਪਣੇ ਬੇਟੇ ਨੂੰ ਸਾਰੀ ਗੱਲ ਦੱਸੀ ਤੇ ਉਸ ਦਾ ਬੇਟਾ ਬੜਾ ਖੁਸ਼ ਹੋਇਆ ਕਿ ਰਾਣੀ ਹੁਣ ਖੁਦ ਮੈਨੂੰ ਮਿਲਣ ਵਾਸਤੇ ਆਵੇਗੀ। ਉਸ ਨੇ ਉਸੇ ਤਰ੍ਹਾਂ ਕੀਤਾ, ਇੱਕ ਸਾਧੂ ਦਾ ਭੇਸ ਧਾਰ ਲਿਆ ਤੇ ਜਿਸ ਚੌਂਕ ਦੇ ਵਿੱਚ ਉਸ ਨੇ ਬੈਠਣਾ ਸੀ ਉੱਥੇ ਪਹਿਲਾਂ ਉਸ ਨੇ ਪਿੰਨੀਆਂ ਦੇ ਨਾਲ ਭਰਿਆ ਹੋਇਆ ਘੜਾ ਨੀਚੇ ਦੱਬ ਲਿਆ ਤੇ ਉੱਪਰ ਚਾਦਰ ਵਿਛਾ ਕੇ ਬੈਠ ਗਿਆ ਤੇ ਰਾਮ ਨਾਮ ਦਾ ਜਾਪ ਕਰਦਾ ਰਿਹਾ, ਕਿਉਂਕਿ ਰਾਣੀ ਨੇ ਸਮਝਾਇਆ ਸੀ ਕਿ ਤੂੰ ਅੱਖ ਨਹੀਂ ਖੋਲ੍ਹਣੀ ਹੈ, ਸਾਰਾ ਦਿਨ ਬਸ ਰਾਮ ਨਾਮ ਦਾ ਜਾਪ ਹੀ ਕਰਨਾ ਹੈ। ਰਾਤ ਨੂੰ ਜਦੋਂ ਤੈਨੂੰ ਮੌਕਾ ਲੱਗੇ ਤੂੰ ਆਪਣੀ ਭੁੱਖ ਸ਼ਾਂਤ ਕਰਨੀ ਹੈ, ਬਸ ਬਾਕੀ ਟਾਈਮ ਤੂੰ ਰਾਮ ਨਾਮ ਦਾ ਜਾਪ ਹੀ ਕਰਨਾ ਹੈ। ਹੌਲੀ ਹੌਲੀ ਲੋਕ ਮੱਥਾ ਟੇਕਣ ਲੱਗ ਗਏ, ਕਈਆਂ ਨੇ ਚੜਾਵੇ ਚੜਾਣੇ ਸ਼ੁਰੂ ਕਰ ਦਿੱਤੇ, ਫਲ ਫਰੂਟ ਕਈ ਚੀਜ਼ਾਂ ਉਸ ਦੇ ਅੱਗੇ ਲਿਆ ਕੇ ਰੱਖ ਦਿੱਤੀਆਂ, ਪਰ ਉਸ ਨੇ ਅੱਖਾਂ ਨਾ ਖੋਲ੍ਹੀਆਂ। ਅਗਰ ਅੱਖਾਂ ਖੋਲ੍ਹ ਵੀ ਲੈਂਦਾ ਤੇ ਉਸ ਦਾ ਭੇਦ ਖੁੱਲ੍ਹ ਜਾਣਾ ਸੀ। ਹੁਣ ਇਸ ਨੂੰ ਕੋਈ ਫਰਕ ਨਹੀਂ ਪੈਂਦਾ ਸੀਗਾ, ਚਾਹੇ ਕੋਈ ਚੀਜ਼ ਕੋਈ ਚੜਾਵੇ ਤੇ ਚਾਹੇ ਕੋਈ ਚੁੱਕ ਕੇ ਲੈ ਜਾਵੇ, ਇਹ ਤਾਂ ਬਸ ਰਾਮ ਨਾਮ ਦੇ ਜਾਪ ਦੇ ਵਿੱਚ ਹੀ ਲੱਗਾ ਰਿਹਾ। ਇਸ ਤਰ੍ਹਾਂ ਕਰਦੇ ਕਰਦੇ ਇਹ ਗੱਲ ਰਾਜੇ ਤੱਕ ਪਹੁੰਚ ਗਈ।
ਕਿ ਇੱਕ ਚੌਂਕ ਦੇ ਵਿੱਚ ਬੜੇ ਪਹੁੰਚੇ ਹੋਏ ਮਹਾਤਮਾ ਬੈਠੇ ਨੇ। ਰਾਜਾ ਨੰਗੇ ਪੈਰੀ ਹੀਰੇ ਜਵਾਹਰਾਤਾਂ ਦੇ ਥਾਲ ਲੈ ਕੇ ਉਸ ਚੌਂਕ ਦੇ ਵਿੱਚ ਪਹੁੰਚ ਗਿਆ। ਹੁਣ ਇਹ ਸਾਧੂ ਤਾਂ ਰਾਣੀ ਦੀ ਉਡੀਕ ਦੇ ਵਿੱਚ ਸੀ ਕਿ ਰਾਣੀ ਮੈਨੂੰ ਮਿਲਣ ਆਏਗੀ, ਪਰ ਚਲਾ ਗਿਆ ਰਾਜਾ। ਬਸ ਦਿਖਾਵੇ ਲਈ ਰਾਮ ਨਾਮ ਦਾ ਜਾਪ ਕਰ ਰਿਹਾ ਹੈ। ਹੁਣ ਰਾਜਾ ਬੁਲਾ ਰਿਹਾ ਹੈ, ਪਰ ਇਹ ਬੋਲਦਾ ਨਹੀਂ ਪਿਆ, ਇਹ ਅੱਖ ਨਹੀਂ ਖੋਲਦਾ ਪਿਆ। ਰਾਜੇ ਨੇ ਸੋਚਿਆ ਕਿ ਇਹ ਬੜੇ ਕਮਾਲ ਦਾ ਸਾਧੂ ਹੈ, ਮੇਰੀ ਇੰਨੇ ਕੀਮਤੀ ਹੀਰੇ ਜਵਾਹਰਾਤ ਨੂੰ ਦੇਖਦਾ ਤੱਕ ਨਹੀਂ ਹੈ, ਉਹ ਰਾਮ ਨਾਮ ਦਾ ਜਾਪ ਕਰੀ ਜਾਂਦਾ ਪਿਆ ਹੈ। ਇਹ ਆਪਣੀ ਭਗਤੀ ਦੇ ਵਿੱਚ ਲੀਨ ਹੈ। ਮੱਥਾ ਟੇਕ ਕੇ ਰਾਜਾ ਵਾਪਸ ਚਲਾ ਗਿਆ। 1-2 ਦਿਨ ਬਾਅਦ ਜਦੋਂ ਉਹ ਰਾਣੀ ਨੂੰ ਮਿਲਿਆ ਤੇ ਉਸ ਨੂੰ ਕਹਿੰਦਾ ਹੈ ਕਿ ਸਾਡੇ ਰਾਜ ਦੇ ਵਿੱਚ ਇੱਕ ਮਹਾਤਮਾ ਆਏ ਨੇ, ਤੂੰ ਉਹਨਾਂ ਦੇ ਜਾ ਕੇ ਦਰਸ਼ਨ ਕਰ ਆ। ਉਹ ਕੁਝ ਵੀ ਖਾਂਦੇ ਪੀਂਦੇ ਨਹੀਂ ਹਨ। ਮੈਂ ਤਾਂ ਉਹਨਾਂ ਦੇ ਵਾਸਤੇ ਹੀਰੇ ਜਵਾਹਰਾਤ ਲੈ ਕੇ ਗਿਆ ਸੀ, ਪਰ ਉਹਨਾਂ ਨੇ ਕਬੂਲ ਨਹੀਂ ਕੀਤੇ, ਬਲਕਿ ਉਹਨਾਂ ਨੇ ਤਾਂ ਅੱਖ ਵੀ ਨਹੀਂ ਖੋਲੀ, ਬਸ ਮਾਲਕ ਦੀ ਬੰਦਗੀ ਕਰਦੇ ਰਹੇ। ਰਾਣੀ ਮਨ ਦੇ ਵਿੱਚ ਮੁਸਕਰਾਉਂਦੀ ਹੈ ਕਿ ਇਹ ਸਾਰਾ ਖੇਲ ਤਾਂ ਮੇਰਾ ਹੀ ਰਚਾਇਆ ਹੋਇਆ ਹੈ। ਖੈਰ ਅਗਲੇ ਦਿਨ ਰਾਣੀ ਆਪਣੀ ਦਾਸੀਆਂ ਨੂੰ ਲੈ ਕੇ ਉਸ ਦੇ ਦਰਸ਼ਨ ਵਾਸਤੇ ਚਲੀ ਗਈ। ਜਦ ਚੌਂਕ ਦੇ ਵਿੱਚ ਪਹੁੰਚੀ ਤੇ ਆਪਣੀ ਦਾਸੀਆਂ ਨੂੰ ਪਿੱਛੇ ਹੀ ਖੜਾ ਕਰ ਦਿੱਤਾ ਤੇ ਖੁਦ ਉਸ ਦੇ ਕੋਲ ਚਲੀ ਗਈ ਤੇ ਜਾ ਕੇ ਬੋਲਦੀ ਹੈ ਕਿ ਅੱਖਾਂ ਖੋਲ, ਮੈਂ ਆ ਗਈ ਹਾਂ। ਜਿਸ ਰਾਣੀ ਨੂੰ ਤੂੰ ਮਿਲਣ ਵਾਸਤੇ ਇਹ ਪਖੰਡ ਕਰਦਾ ਪਿਆ ਹੈ, ਉਹ ਰਾਣੀ ਤੇਰੇ ਸਾਹਮਣੇ ਖੜੀ ਹੈ। ਰਾਣੀ ਨੇ ਕਿਹਾ ਕਿ ਹੁਣ ਬੋਲ, ਦੱਸ ਕੀ ਗੱਲ ਕਰਨੀ ਸੀ, ਕਿਉਂ ਮਿਲਣਾ ਚਾਹੁੰਦਾ ਸੀ ਮੈਨੂੰ। ਰਾਣੀ ਦੇ 2-3 ਵਾਰ ਬੋਲਣ ਤੋਂ ਬਾਅਦ ਵੀ ਉਸ ਨੇ ਅੱਖਾਂ ਨਹੀਂ ਖੋਲੀਆਂ। ਰਾਣੀ ਨੂੰ ਗੁੱਸਾ ਆ ਗਿਆ। ਰਾਣੀ ਕਹਿੰਦੀ ਹੈ ਕਿ ਤੂੰ ਅੱਖਾਂ ਖੋਲਦਾ ਹੈ ਕਿ ਨਹੀਂ, ਕਿ ਰੋਲਾ ਪਾ ਕੇ ਸਭ ਨੂੰ ਦੱਸਾਂ ਕਿ ਤੂੰ ਪਖੰਡ ਕਰਦਾ ਪਿਆ ਹੈ, ਤੂੰ ਕੋਈ ਸਾਧੂ ਮਹਾਤਮਾ ਨਹੀਂ ਹੈ। ਉਹ ਉੱਠਿਆ ਤੇ ਅੱਖਾਂ ਬੰਦ ਦੇ ਵਿੱਚ ਹੀ ਉਸ ਨੇ ਰਾਣੀ ਦੇ ਪੈਰ ਫੜ ਲਏ ਤੇ ਕਿਹਾ ਕਿ ਮਾਤਾ ਤੂੰ ਮੇਰੀ ਗੁਰੂ ਹੈ। ਰਾਣੀ ਬੜੀ ਹੈਰਾਨ ਹੋਈ ਕਿ ਕੱਲ ਤੱਕ ਤਾਂ ਇਹ ਮੇਰੇ ਨਾਲ ਵਿਆਹ ਕਰਾਉਣਾ ਚਾਹੁੰਦਾ ਸੀ ਤੇ ਹੁਣ ਮੈਨੂੰ ਮਾਤਾ ਕਹਿ ਰਿਹਾ ਹੈ, ਮੈਨੂੰ ਗੁਰੂ ਕਹਿ ਰਿਹਾ ਹੈ। ਰਾਣੀ ਨੇ ਕਿਹਾ ਕਿ ਤੇਰੀ ਸੋਚ ਵਿੱਚ ਇੰਨਾ ਬਦਲਾਵ ਕਿਵੇਂ ਆ ਗਿਆ। ਉਸ ਨੇ ਕਿਹਾ ਕਿ ਰਾਣੀ ਸਾਹਿਬਾ, ਮੈਨੂੰ ਨਹੀਂ ਪਤਾ ਕਿ ਇਹ ਬਦਲਾਵ ਕਿਵੇਂ ਆਇਆ ਹੈ, ਪਰ ਮੈਂ ਇੰਨਾ ਜਾਣਦਾ ਹਾਂ ਕਿ ਹੁਣ ਤੂੰ ਮੇਰੀ ਗੁਰੂ ਹੈ। ਮੈਂ ਤਾਂ ਦਿਖਾਵੇ ਵਾਸਤੇ ਗੁਰੂ ਬਣਿਆ ਸੀ ਕਿ ਰਾਣੀ ਮੈਨੂੰ ਮਿਲਣ ਵਾਸਤੇ ਆਵੇਗੀ, ਪਰ ਇਹ ਰਾਮ ਨਾਮ ਦਾ ਜੋ ਜਾਪ ਹੈ, ਜਿੱਦਾਂ ਜਿੱਦਾਂ ਮੈਂ ਜਪਦਾ ਗਿਆ ਮੈਨੂੰ ਅੰਦਰੋਂ ਰਸ ਆਂਦਾ ਗਿਆ। ਮੈਂ ਸੱਚੀ ਹੀ ਬਦਲ ਗਿਆ, ਮੇਰੀ ਸੋਚ ਵੀ ਬਦਲ ਗਈ। ਇਸ ਨਾਮ ਦੇ ਰੰਗ ਦੇ ਵਿੱਚ ਮੈਂ ਐਸਾ ਰੰਗਿਆ ਕਿ ਇਸ ਨਾਮ ਦੇ ਰਸ ਦੇ ਅੱਗੇ ਕਾਮ ਵਾਸਨਾ ਹੁਣ ਮੇਰੇ ਲਈ ਤੁੱਛ ਹੈ। ਇਹ ਨਾਮ ਦਾ ਰਸ ਐਸਾ ਰਸ ਹੈ ਜਿਹੜਾ ਇੱਕ ਵਾਰੀ ਪੀ ਲਵੇ ਉਸ ਨੂੰ ਫਿਰ ਕੋਈ ਹੋਰ ਰਸ ਦੀ ਲੋੜ ਨਹੀਂ ਪੈਂਦੀ। ਤਾਂ ਹੀ ਤਾਂ ਬਾਣੀ ਦੇ ਵਿੱਚ ਫਰਮਾਨ ਹੈ, ਮਦਿਰਾ ਭੰਗ ਅਫੀਮ ਉਤਰ ਜਾਏ ਪ੍ਰਵਾਤ, ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਸੰਗਤ ਜੀ, ਅਗਰ ਕੋਈ ਦਿਖਾਵੇ ਵਾਸਤੇ ਵੀ ਨਾਮ ਜਪਦਾ ਹੈ ਤਾਂ ਵੀ ਉਸ ਦਾ ਪਾਰ ਉਤਾਰਾ ਹੋ ਜਾਂਦਾ ਹੈ, ਔਰ ਜੋ ਪਿਆਰ ਦੇ ਨਾਲ ਨਾਮ ਜਪਦਾ ਹੈ ਉਸ ਦਾ ਤਾਂ ਫਿਰ ਪਾਰ ਉਤਾਰਾ ਹੋਣਾ ਪੱਕਾ ਹੈ। ਇਸੇ ਲਈ ਸੰਤ ਮਹਾਤਮਾ ਬਾਰ-ਬਾਰ ਇੱਕ ਗੱਲ ਕਹਿੰਦੇ ਨੇ ਕਿ ਤੁਸੀਂ ਭਜਨ ਸਿਮਰਨ ਤੇ ਬੈਠਿਆ ਕਰੋ, ਚਾਹੇ ਤੁਹਾਡਾ ਮਨ ਲੱਗੇ ਚਾਹੇ ਨਾ ਲੱਗੇ। ਭਜਨ ਸਿਮਰਨ ਨੂੰ ਡਿਊਟੀ ਸਮਝ ਕੇ ਕਰੋ, ਕਿਉਂਕਿ ਉਸ ਮਾਲਕ ਨੇ ਕਿਸ ਵੇਲੇ ਦਇਆ ਦੇ ਭੰਡਾਰ ਖੋਲ ਦੇਣੇ ਹੈ ਸਾਨੂੰ ਨਹੀਂ ਪਤਾ ਹੈ। ਅਸੀਂ ਤਾਂ ਬੜੇ ਭਾਗਾਂ ਵਾਲੇ ਜੀਵ ਹਾਂ ਜੋ ਪੂਰੇ ਸਤਿਗੁਰੂ ਤੋਂ ਸਾਨੂੰ ਨਾਮ ਮਿਲਿਆ ਹੈ। ਇਸ ਲਈ ਸਾਨੂੰ ਬਾਬਾ ਜੀ ਦਾ ਹਰ ਵੇਲੇ ਸ਼ੁਕਰਾਨਾ ਕਰਨਾ ਚਾਹੀਦਾ ਹੈ ਕਿ ਸਾਡੇ ਵਰਗੇ ਪਾਪੀਆਂ ਨੂੰ ਉਹਨਾਂ ਨੇ ਆਪਣੇ ਲੜ ਲਾਇਆ। ਇਸ ਲਈ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਵੀ ਆਪਣੇ ਗੁਰੂ ਦੇ ਕਹੇ ਅਨੁਸਾਰ ਚੱਲੀਏ ਤੇ ਵੱਧ ਤੋਂ ਵੱਧ ਸਮਾਂ ਭਜਨ ਸਿਮਰਨ ਨੂੰ ਦਈਏ। ਸੋ ਸਾਧ ਸੰਗਤ ਜੀ, ਹੁਣ ਅਸੀਂ ਤੁਹਾਡੇ ਤੋਂ ਇਜਾਜ਼ਤ ਚਾਹੁੰਦੇ ਹਾਂ। ਅਗਰ ਸਾਖੀ ਚੰਗੀ ਲੱਗੀ ਹੋਵੇ ਤੇ ਤੁਸੀਂ ਲਾਈਕ ਕਰ ਸਕਦੇ ਹੋ। ਅਗਰ ਹਜੇ ਤੱਕ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਨੂੰ ਆਪਣਾ ਪਿਆਰ ਦਿਓ ਤੇ ਸਤਸੰਗੀ ਪਰਿਵਾਰ ਦਾ ਹਿੱਸਾ ਬਣੋ। ਫਿਰ ਮਿਲਾਂਗੇ ਇੱਕ ਨਵੀਂ ਸਾਖੀ ਦੇ ਨਾਲ।